कौन करवा सकता है तकसीम, किहड़ियां धिरां दा होना लाजमी बन जाता है मौके के उत्ते, किस तरह दे नाल करवा सकता है, कौन कौन उहदे विच शामिल होगा? ਇਹਦੇ ਵਿੱਚ ਜ਼ਮੀਨ ਦੇ ਜਿੰਨੇ ਮਾਲਕ ਹੈ ਉਹਨਾਂ 'ਚੋਂ ਕੋਈ ਵੀ ਇੱਕ ਦਰਖਾਸਤ ਦੇ ਸਕਦਾ ਤੇ ਬਾਕੀ ਧਿਰਾਂ ਦਾ ਉਸ 'ਚ ਸ਼ਾਮਲ ਹੋਣਾ ਜ਼ਰੂਰੀ ਹੁੰਦਾ ਹੈ। ਈਵਨ ਕਿ ਜੇ ਅਖਬਾਰ 'ਚ ਇਸ਼ਤਿਹਾਰ ਦੇਣ ਦੇ ਬਾਵਜੂਦ ਵੀ ਕੋਈ ਧਿਰ ਹਾਜ਼ਰ ਨਹੀਂ ਹੁੰਦੀ ਤਾਂ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਜਿਹੜਾ ਵੀ CRO ਹੈਗਾ ਉਹਨਾਂ ਨੂੰ ਅਧਿਕਾਰ ਹੈ कि वो उस व्यक्ति के खिलाफ एक तरफा कार्रवाई करके अगे कार्रवाई कर सकते। पहला तुसी जिक्र कर चुके हो कि कई मसले ने जिहड़े वो विदेश दे विच बैठे लोग भी हल करवा सकते हैं, उहदे भी कानूनी तरीके हैगे ने। तकसीम नूं लैके भी कोई अजिही विधि हैगी है कि बंदा बाहर बैठा है तो तकसीम इत्थे कराउणी चाहुंदा है, करवा सकदा है? हाँ, वो अपना तहसीलदार वालों उसनूं जो नोटिस जाता है वो उसके बाहरले देश की रिहाइश के पते ते जाता है तो उत्थों ही बैठा हो अपना उस रजिस्टर्ड नोटिस का जवाब दे सकता है तो वो कार्रवाई विच शामिल हो सकता है, जां उसका कोई मुख्तियारे आम जां वकील जिसनूं वो नामजद करता है उसके तौर पर पैरवी कर सकता है। सत श्री अकाल। साडा खास प्रोग्राम नायब तहसीलदार.com कानून जायदाद का देख रहे देश विदेश के दर्शकों का मैं धर्मिंदर संधू स्वागत करता है। इस प्रोग्राम के जमीन जायदाद के मसलों पर गल करते हैं, चर्चा की जाती है जमीन के नाल जुड़े हुए कानून की। इस चर्चा का हिस्सा बनते हैं साडे नाल रिटायर्ड नायब तहसीलदार गुरप्रताप सिंह आलूवालिया। आलूवालिया साहब अज भी साडे नाल मौजूद ने। सब तो पहला उन्होंने स्वागत करते हैं। आलूवालिया साहब स्वागत है जी। सत श्री अकाल जी। D5 चैनल पंजाबी देख रहे दर्शकों का स्वागत करदा। आलूवालिया साहब अज गल करांगे तकसीम नूं लैके कि जमीन की तकसीम असल दे विच हुंदी की है, किवें कीती जांदी है, कौन करवा सकदा है, क्योंकि लोगों के मनां दे विच कई तरह के सवाल हुंदे ने कि तकसीम असल दे विच हुंदी की है। सब तो पहले यही जाणांगे कि तकसीम की जरूरत क्यों पैंदी है ते हुंदी की है। धर्मिंदर जी, जिवें आपां पहले प्रोग्रामां च डिस्कस कीता, तकसीम एक अजिहा विषय ਜਿਹੜਾ ਕਈ ਘਰਾਂ ਦੇ ਵਿੱਚ ਕਲੇਸ਼ ਕਰਾ ਦਿੰਦਾ। ਜਦੋਂ ਜ਼ਮੀਨਾਂ ਸਾਂਝੀਆਂ ਹੁੰਦੀਆਂ ਜੀ ਤਾਂ ਇੱਕ ਵਿਅਕਤੀ ਸਾਰੇ ਜ਼ਮੀਨ ਦੇ ਨੰਬਰ ਦੇ ਕੇ ਆਪਣੇ ਹਿੱਸੇ ਤੇ ਲੋਨ ਲੈ ਲੈਂਦਾ ਜੀ। ਉਹਦੇ ਨਾਲ ਕੀ ਹੁੰਦਾ ਕਿ ਸਾਰੀ ਜ਼ਮੀਨ ਜਿਹੜੀ ਹੈਗੀ ਹੈ ਸਾਰੇ ਨੰਬਰ ਬੈਂਕ ਕੋਲ ਪਲੇਜ ਹੋ ਜਾਂਦੇ ਆ। ਇੱਦਾਂ ਹੀ ਦੂਜਾ ਬੰਦਾ ਸਾਰੀ ਜ਼ਮੀਨ ਦੇ ਕੇ ਕਰ ਲੈਂਦਾ। ਜੇ ਤੀਜਾ ਬੰਦਾ ਰਹਿ ਗਿਆ ਜਿਸਨੇ ਕੁਝ ਵੀ ਨਹੀਂ ਲਿੱਤਾ, ਉਹ ਜ਼ਮੀਨ ਦਾ ਕੁਝ ਕਰਨਾ ਚਾਹੁੰਦਾ, ਉਸ ਨੂੰ ਵੇਚਣਾ ਚਾਹੁੰਦਾ ਜਾਂ ਗਹਿਣੇ ਕਰਨਾ ਚਾਹੁੰਦਾ ਤਾਂ ਉਹ ਨਹੀਂ ਕਰ ਸਕਦਾ। ਉਸ ਦਾ ਕਾਰਨ ਇਹ ਹੈ ਖਾਤਾ ਸਾਂਝਾ ਸੀ, ਲੋਨ ਲੈ ਲਿਆ ਗਿਆ। ਜਦ ਤੱਕ ਲੋਨ ਉਤਰਦਾ ਨਹੀਂ ਉਦੋਂ ਤੱਕ ਉਹ ਜ਼ਮੀਨ ਦੇ ਨੰਬਰ ਜਿਹੜੇ ਹੈਗੇ ਆ ਉਹਨਾਂ 'ਚੋਂ ਬੰਦਾ ਆਪਣਾ ਹਿੱਸਾ ਵੇਚ ਨਹੀਂ ਸਕਦਾ। ਤਕਸੀਮ ਜਿਹੜੀ ਹੈ ਇਹਦੇ 3 ਪ੍ਰਚਲਿਤ ਤਰੀਕੇ ਆ ਜੀ। ਇੱਕ ਤਾਂ ਤਕਸੀਮ ਆਪਸੀ ਰਜਾਮੰਦੀ ਨਾਲ ਹੋ ਜਾਂਦੀ ਹੈ। ਇਹ ਵਿਸ਼ਾ ਆਪਾਂ ਇੰਤਕਾਲਾਂ ਦੇ ਉਹਦੇ 'ਚ ਵੀ ਡਿਸਕਸ ਕੀਤਾ ਸੀ ਜੀ। ਜਦੋਂ ਸਾਰੀਆਂ ਧਿਰਾਂ ਜਿੰਨੇ ਮੈਂਬਰ ਮਾਲਕ ਹੈ ਅਗਰ ਸਾਰੇ ਰਜਾਮੰਦ ਹੈ ਤਾਂ ਉਹ ਆਪਸ 'ਚ ਇੱਕ ਰਾਜੀਨਾਮਾ ਲਿਖ ਲੈਂਦੇ ਆ कि साड़ी आ टोटल जमीन है, ये इन्नी जमीन फलाने फलाने खसरा नंबर फलाने दे दो, फलां फलां खसरा नंबर फलां दे दो, तो फलां फलां खसरा नंबर फलां दे दो। ये रस्ता छड्डिया जाएगा, जे खूह है जां ट्यूबवैल है उहदा भी वेरवा जिहड़ा हैगा इस तकसीम च दिता जांदा। जे 3 जां 4 धिरां मालक है तो एक धिर रजामंद नहीं हुंदी ਤਾਂ ਉਸ ਨੂੰ ਅਦਾਲਤ 'ਚ ਤਹਿਸੀਲਦਾਰ ਸਾਹਿਬ ਜਾਂ ਨਾਇਬ ਤਹਿਸੀਲਦਾਰ ਜਿਹੜੇ ਵੀ ਉੱਥੋਂ ਦੇ ਸਰਕਲ ਰੈਵਨਿਊ ਅਫਸਰ ਹੈ ਉਹਨਾਂ ਦੀ ਅਦਾਲਤ 'ਚ ਕੇਸ ਪਾਉਣਾ ਪੈਂਦਾ।
ਕੇਸ ਪਾਉਣ ਵੇਲੇ ਜਮ੍ਹਾਂਬੰਦੀ ਦੀ ਨਕਲ, ਜੀ, ਗਿਰਦੌਰੀ ਦੀ ਨਕਲ ਲਾਣੀ ਪੈਂਦੀ ਹੈ, ਨਾਲ ਦਰਖਾਸਤ ਦੇਣੀ ਪੈਂਦੀ ਹੈ। ਫਿਰ ਤਹਿਸੀਲਦਾਰ ਸਾਹਿਬ ਜਾਂ ਜਿਹੜਾ ਵੀ ਕੋਈ ਸਰਕਲ ਰੈਵਨਿਊ ਅਫਸਰ ਹੈ ਉਹ ਦੂਜੀਆਂ ਧਿਰਾਂ ਨੂੰ ਨੋਟਿਸ ਜਾਰੀ ਕਰਦਾ। ਨੋਟਿਸ ਜਾਰੀ ਕਰਨ 'ਤੇ ਜੇ ਤਾਂ ਉਹ ਹਾਜ਼ਰ ਹੋ ਜਾਂਦੇ ਹੈ ਜੀ ਤਾਂ ਠੀਕ ਹੈ, ਨਹੀਂ ਤਾਂ ਫਿਰ ਉਹਦੀ ਮੁਸ਼ਤਰੀ ਮਨਾਦੀ ਕਰਾਈ ਜਾਂਦੀ ਹੈ। ਜੇ ਮੁਸ਼ਤਰੀ ਮਨਾਦੀ 'ਤੇ ਵੀ ਨਹੀਂ ਉਹ ਆਉਂਦੇ ਤਾਂ ਫਿਰ ਉਹਦੀ ਅਖਬਾਰ ਦੇ ਵਿੱਚ ਪਾਈ ਜਾਂਦੀ ਹੈ ਨੋਟਿਸ ਕਿ ਫਲਾਣੀ ਧਿਰ ਜਿਹੜੀ ਹੈਗੀ ਹੈ ਆਸਾਨ ਤਰੀਕੇ ਨਾਲ ਇਹਨਾਂ ਨੂੰ ਤਕਸੀਮ ਇਤਲਾਹ ਦੇਣੀ ਸਹਿਜ ਨਹੀਂ ਹੈ, ਇਸ ਲਈ ਅਖਬਾਰ ਦੇ ਇਸ਼ਤਿਹਾਰ ਰਾਹੀਂ ਅਸੀਂ ਇਹਨਾਂ ਨੂੰ ਇਤਲਾਹ ਦਿੰਦੇ ਹਾਂ ਕਿ ਅਸਲ ਆਪ ਜਾਂ ਵਕੀਲ ਰਾਹੀਂ ਅਦਾਲਤ 'ਚ ਪੇਸ਼ ਹੋ। ਜੀ, ਜਦੋਂ ਸਾਰੀਆਂ ਧਿਰਾਂ ਪੇਸ਼ ਹੋ ਜਾਂਦੀਆਂ ਫਿਰ ਤਹਿਸੀਲਦਾਰ ਸਾਹਿਬ ਉਸ 'ਤੇ ਨਕਸ਼ਾ ਊੜਾ, ਜਿਹਨੂੰ ਪਹਿਲਾਂ ਨਕਸ਼ਾ ਅਲਫ ਕਿਹਾ ਜਾਂਦਾ ਸੀ, ਜੀ, ਨਕਸ਼ਾ ਊੜਾ ਪਟਵਾਰੀ ਨੂੰ ਤਿਆਰ ਕਰਨ ਵਾਸਤੇ ਕਹਿੰਦੇ ਆ, ਜਿਹਦੇ 'ਚ ਪਟਵਾਰੀ ਨੇ ਸ਼ੋਅ ਕਰਨਾ ਹੁੰਦਾ ਕਿ ਕਿਹੜੇ ਕਿਹੜੇ ਬੰਦੇ ਕੋਲ ਕਿਹੜਾ ਕਿਹੜਾ ਰਕਬਾ ਕਬਜ਼ੇ ਅਧੀਨ ਹੈ। ਟੋਟਲ ਜੇ 40 ਖਸਰਾ ਨੰਬਰ ਹੈ ਜਾਂ 40 ਖਸਰਾ ਨੰਬਰਾਂ 'ਚੋਂ ਕਿਹੜਾ ਕਿਹੜਾ ਖਸਰਾ ਨੰਬਰ ਕਿਹੜੇ ਕਿਹੜੇ ਵਿਅਕਤੀ ਦੇ ਕਬਜ਼ੇ 'ਚ। ਜੇ ਉਸ ਵੇਲੇ ਕੋਈ ਵਿਅਕਤੀ ਮਲਕੀਅਤ ਦਾ ਪੰਗਾ ਖੜਾ ਕਰ ਲੈਂਦਾ ਤਾਂ ਨਕਸ਼ਾ ਊੜਾ 'ਤੇ ਬਹਿਸ ਕਰਨ ਤੋਂ ਪਹਿਲਾਂ ਤਹਿਸੀਲਦਾਰ ਸਾਹਿਬ ਨੂੰ ਉਸ ਦੀ ਮਲਕੀਅਤ ਬਾਰੇ ਫੈਸਲਾ ਕਰਨਾ ਜਿਹੜਾ ਹੈਗਾ ਉਹ ਜ਼ਰੂਰੀ ਹੋ ਜਾਂਦਾ। ਜਦੋਂ ਨਕਸ਼ਾ ਊੜਾ ਪਾਸ ਹੋ ਜਾਂਦਾ ਸਾਰੇ ਧਿਰਾਂ ਰਜਾਮੰਦ ਹੋ ਜਾਂਦੀਆਂ ਵੀ ਹਾਂ ਜੀ ਠੀਕ ਹੈ, ਜੋ ਪਟਵਾਰੀ ਨੇ ਲਿਖ ਕੇ ਦਿੱਤਾ ਇਹ ਠੀਕ ਹੈ। ਜੇ ਉਹਨਾਂ ਨੂੰ ਨਕਸ਼ਾ ਪਾਸ ਹੋ ਜਾਂਦਾ ਕੋਈ ਧਿਰ ਰਜਾਮੰਦ ਨਹੀਂ ਹੈ ਤਾਂ ਉਹ ਅਪੀਲ 'ਚ ਚਲੀ ਜਾਂਦੀ ਹੈ। ਜੀ, ਇਸ ਦਾ ਸਭ ਤੋਂ ਵੱਡਾ ਜਿਹੜਾ ਨੁਕਸਾਨ ਹੈ ਤਕਸੀਮ ਦੇ ਕੇਸ ਦਾ ਉਹ ਇਹਦੇ ਹਰ ਇੱਕ ਸਟੈਪ 'ਤੇ ਅਪੀਲ ਅਲਾਉਡ ਕੀਤੀ ਜਾਂਦੀ, ਹਰ ਇੱਕ ਸਟੈਪ 'ਤੇ। ਕੋਈ ਜ਼ਿਮਨੀ ਹੁਕਮ ਵੀ ਪੈਂਦਾ ਉਹਦੇ 'ਤੇ ਵੀ ਅਪੀਲ ਕੀਤੀ ਜਾ ਸਕਦੀ। ਜੀ, ਜਦੋਂ ਨਕਸ਼ਾ ਊੜਾ ਪਾਸ ਹੋ ਗਿਆ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਫਿਰ ਨਕਸ਼ਾ ਐੜਾ, ਜੀ, ਤਰੀਕਾ ਤਕਸੀਮ। ਤਰੀਕਾ ਤਕਸੀਮ ਬਣਾਉਣ ਤੋਂ ਬਾਅਦ ਪਟਵਾਰੀ ਨੂੰ ਕਿਹਾ ਜਾਂਦਾ ਕਿ ਤੁਸੀਂ ਇਸ ਤਰੀਕਾ ਤਕਸੀਮ ਦੇ ਮੁਤਾਬਕ ਨਕਸ਼ਾ ਐੜਾ ਤਿਆਰ ਕਰੋ। ਜੀ, ਨਕਸ਼ਾ ਐੜਾ ਦੇ ਵਿੱਚ ਫਿਰ ਉਹ ਤਰੀਕਾ ਤਕਸੀਮ ਜਿਹੜਾ ਕੀਤਾ ਜਾਂਦਾ ਵੀ ਜਿਸ ਦਾ ਜਿੱਥੇ ਜਿੱਥੇ ਕਬਜ਼ਾ ਹੈਗਾ ਉਹਦੇ ਵਿੱਚ ਘਾਟਵਾਦ ਕਰਕੇ ਜ਼ਮੀਨ ਪੂਰੀ ਕਰਤੀ ਜਾਵੇ। ਜੀ, ਰਸਤਾ ਸਾਰੇ ਜ਼ਮੀਨਾਂ ਨੂੰ ਲੱਗਣਾ ਚਾਹੀਦਾ। ਜੇ ਕੋਈ ਸਿੰਚਾਈ ਦਾ ਸਾਧਨ ਹੈ ਤਾਂ ਉਹਦਾ ਲਾਭ ਸਾਰਿਆਂ ਹਿੱਸੇਦਾਰਾਂ ਨੂੰ ਮਿਲਣਾ ਚਾਹੀਦਾ। ਉਸ ਹਿਸਾਬ ਨਾਲ ਫਿਰ ਜਿਹੜਾ ਹੈਗਾ ਨਕਸ਼ਾ ਐੜਾ ਤਿਆਰ ਕਰਕੇ ਤਹਿਸੀਲਦਾਰ ਕੋਲ ਆਉਂਦਾ, ਜਿਹੜਾ ਕਾਨੂੰਗੋ ਪਟਵਾਰੀ ਤੋਂ ਬਾਅਦ ਕਾਨੂੰਗੋ ਨੇ ਤਸਦੀਕ ਕਰਨਾ ਹੁੰਦਾ। ਉਸ 'ਤੇ ਬਹਿਸ ਹੁੰਦੀ ਹੈ। ਜੇ ਧਿਰਾਂ ਰਜਾਮੰਦ ਹੁੰਦੀਆਂ ਵੀ ਹਾਂ ਠੀਕ ਹੈ ਜੀ, ਜਿੱਦਾਂ ਪਟਵਾਰੀ ਨੇ ਬਣਾ ਕੇ ਭੇਜਿਆ ਸਾਨੂੰ ਇਹ ਨਕਸ਼ਾ ਐੜਾ ਤਕਸੀਮ ਠੀਕ ਹੈ, ਜੀ, ਠੀਕ ਹੈ ਜੀ, ਫਿਰ ਨਕਸ਼ਾ ਈੜੀ ਸਨਦ ਤਕਸੀਮ ਜਾਰੀ ਹੁੰਦੀ ਹੈ, ਜਿਹਦਾ ਬਕਾਇਦਾ ਤੌਰ 'ਤੇ ਇੰਤਕਾਲ ਚੜ੍ਹਾਇਆ ਜਾਂਦਾ। ਸਨਦ ਤਕਸੀਮ ਦੇ ਮੁਤਾਬਕ ਜਿਹੜਾ ਰਕਬਾ ਜਿਸ ਵਿਅਕਤੀ ਨੂੰ ਦਿੱਤਾ ਜਾਂਦਾ ਉਹਦੇ 'ਤੇ ਮਾਲਕੀ ਹੁੰਦੀ ਹੈ ਅਤੇ ਸਾਂਝਾ ਖਾਤਾ ਜਿਹੜਾ ਹੈਗਾ ਉਹ ਖਤਮ ਹੋ ਜਾਂਦਾ। ਜੀ, ਤੇ ਅਲਵਾਲੇ ਸਾਹਿਬ ਕੌਣ ਕਰਵਾ ਸਕਦਾ ਹੈ ਤਕਸੀਮ? ਕਿਹੜੀਆਂ ਧਿਰਾਂ ਦਾ ਹੋਣਾ ਲਾਜ਼ਮੀ ਬਣ ਜਾਂਦਾ ਹੈ ਮੌਕੇ ਦੇ ਉੱਤੇ? ਕਿਸ ਤਰ੍ਹਾਂ ਦੇ ਨਾਲ ਕਰਵਾ ਸਕਦਾ ਹੈ? ਕੌਣ ਉਹਦੇ ਵਿੱਚ ਸ਼ਾਮਲ ਹੁੰਦਾ ਹੈ? ਇਹਦੇ ਵਿੱਚ ਜ਼ਮੀਨ ਦੇ ਜਿੰਨੇ ਮਾਲਕ ਹੈ ਉਹਨਾਂ 'ਚੋਂ ਕੋਈ ਵੀ ਇੱਕ ਦਰਖਾਸਤ ਦੇ ਸਕਦਾ ਅਤੇ ਬਾਕੀ ਧਿਰਾਂ ਦਾ ਉਸ 'ਚ ਸ਼ਾਮਲ ਹੋਣਾ ਜ਼ਰੂਰੀ ਹੁੰਦਾ। ਜੀ, ਈਵਨ ਕਿ ਜੇ ਅਖਬਾਰ 'ਚ ਇਸ਼ਤਿਹਾਰ ਦੇਣ ਦੇ ਬਾਵਜੂਦ ਵੀ ਕੋਈ ਧਿਰ ਹਾਜ਼ਰ ਨਹੀਂ ਹੁੰਦੀ ਤਾਂ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਜਿਹੜਾ ਵੀ CRO ਹੈਗਾ ਉਹਨਾਂ ਨੂੰ ਅਧਿਕਾਰ ਹੈ ਕਿ ਉਹ ਉਸ ਵਿਅਕਤੀ ਦੇ ਖਿਲਾਫ ਇੱਕ ਤਰਫਾ ਕਾਰਵਾਈ ਕਰਕੇ ਅੱਗੇ ਕਾਰਵਾਈ ਕਰ ਸਕਦੇ ਆ ਜੀ, ਅਤੇ ਉਸ ਦੀ ਗੈਰ ਹਾਜ਼ਰੀ ਦੇ ਵਿੱਚ ਵੀ ਉਸ ਦਾ ਰਕਬਾ ਜਿਹੜਾ ਹੈਗਾ ਉਹ ਵੰਡਿਆ ਜਾ ਸਕਦਾ ਹੈ। ਜੀ, ਤੇ ਨਾਲ ਹੀ ਫਿਰ ਗੱਲ ਆ ਜਾਂਦੀ ਹੈ ਵਿਦੇਸ਼ ਦੀ। ਤਾਂ ਵਿਦੇਸ਼ ਦੇ ਵਿੱਚ ਲੋਕ ਬੈਠੇ ਹੁੰਦੇ ਨੇ, ਪਹਿਲਾਂ ਤੁਸੀਂ ਜ਼ਿਕਰ ਕਰ ਚੁੱਕੇ ਹੋ ਕਿ ਕਈ ਮਸਲੇ ਨੇ ਜਿਹੜੇ
ਉਹ ਵਿਦੇਸ਼ ਦੇ ਵਿੱਚ ਬੈਠੇ ਲੋਕ ਵੀ ਹੱਲ ਕਰਵਾ ਸਕਦੇ ਨੇ, ਉਹਦੇ ਵੀ ਕਾਨੂੰਨੀ ਤਰੀਕੇ ਹੈਗੇ ਨੇ। ਤਕਸੀਮ ਨੂੰ ਲੈ ਕੇ ਵੀ ਕੋਈ ਅਜਿਹੀ ਵਿਧੀ ਹੈਗੀ ਹੈ ਕਿ ਬੰਦਾ ਬਾਹਰ ਬੈਠਾ ਹੈ ਤੇ ਤਕਸੀਮ ਇੱਥੇ ਕਰਾਉਣੀ ਚਾਹੁੰਦਾ ਹੈ, ਕਰਵਾ ਸਕਦਾ ਹੈ? ਹਾਂ, ਉਹ ਆਪਣਾ ਤਹਿਸੀਲਦਾਰ ਵੱਲੋਂ ਉਸ ਨੂੰ ਜੋ ਨੋਟਿਸ ਜਾਂਦਾ ਹੈ ਉਹ ਉਸ ਦੇ ਬਾਹਰਲੇ ਦੇਸ਼ ਦੀ ਰਿਹਾਇਸ਼ ਦੇ ਪਤੇ ਤੇ ਜਾਂਦਾ ਜੀ। ਉਹ ਜਿਹੜਾ ਬੰਦਾ ਪਾਰਟੀਸ਼ਨ ਲਈ ਅਪਲਾਈ ਕਰਦਾ ਉਸ ਨੂੰ ਉਹਦਾ ਐਡਰੈਸ ਦੇਣਾ ਪੈਂਦਾ, ਉਸ ਰਜਿਸਟਰਡ ਨੋਟਿਸ ਜਾਂਦਾ, ਤਾਂ ਉੱਥੋਂ ਹੀ ਬੈਠਾ ਉਹ ਆਪਣਾ ਉਸ ਰਜਿਸਟਰਡ ਨੋਟਿਸ ਦਾ ਜਵਾਬ ਦੇ ਸਕਦਾ ਅਤੇ ਉਹ ਕਾਰਵਾਈ ਵਿੱਚ ਸ਼ਾਮਲ ਹੋ ਸਕਦਾ, ਜਾਂ ਉਸ ਦਾ ਕੋਈ ਮੁਖਤਿਆਰੇ ਆਮ ਜਾਂ ਵਕੀਲ ਜਿਸ ਨੂੰ ਉਹ ਨਾਮਜ਼ਦ ਕਰਦਾ ਉਸ ਦੇ ਤੌਰ ਤੇ ਪੈਰਵੀ ਕਰ ਸਕਦਾ। ਜੀ ਅਲਵਾਲੀਆ ਸਾਹਿਬ, ਤੁਸੀਂ ਬੜੇ ਹੀ ਸੌਖੇ ਤਰੀਕੇ ਦੇ ਵਿੱਚ ਦੱਸ ਦਿੱਤਾ ਹੈ ਕਿ ਤਕਸੀਮ ਕਰਾਉਣ ਦਾ ਕੀ ਪ੍ਰੋਸੀਜਰ ਹੈ, ਕਿਸ ਵਿਧੀ ਦੇ ਨਾਲ, ਕਿਸ ਢੰਗ ਦੇ ਨਾਲ ਲੋਕ ਤਕਸੀਮ ਕਰਵਾ ਸਕਦੇ ਨੇ। ਜ਼ਮੀਨਾਂ ਦੇ ਜਿਹੜੇ ਮਸਲੇ ਹੁੰਦੇ ਨੇ ਬੜੇ ਉਲਝ ਜਾਂਦੇ ਨੇ ਜੇਕਰ ਜਾਣਕਾਰੀ ਨਾ ਹੋਵੇ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਦਰਸ਼ਕਾਂ ਨੂੰ ਅਪੀਲ ਹੈ ਕਿ ਜੇਕਰ ਤੁਹਾਡਾ ਵੀ ਕੋਈ ਮਸਲਾ ਹੈ, ਤਕਸੀਮ ਨਾਲ ਜੁੜਿਆ ਹੋਇਆ ਕੋਈ ਸਵਾਲ ਹੈ, ਜ਼ਮੀਨ ਦੀ ਜਿਹੜੀ ਤਕਸੀਮ ਤੁਸੀਂ ਕਰਵਾਉਣੀ ਚਾਹੁੰਦੇ ਹੋ ਜਾਂ ਨਹੀਂ ਸਮਝ ਆ ਰਹੀ ਕਿਸੇ ਗੱਲ ਦੀ, ਤਾਂ ਤੁਸੀਂ ਸਾਨੂੰ ਸਵਾਲ ਕਰ ਸਕਦੇ ਹੋ। ਨੰਬਰ ਸਕਰੀਨ ਦੇ ਉੱਤੇ ਤੁਹਾਨੂੰ ਦਿੱਤੇ ਗਏ ਨੇ, ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਕਾਲ ਵੀ ਕਰ ਸਕਦੇ ਹੋ, ਕਿਸੇ ਵੀ ਵੇਲੇ ਕਾਲ ਕਰ ਸਕਦੇ ਹੋ ਤੇ ਆਪਣਾ ਮੈਸੇਜ ਵੀ ਛੱਡ ਸਕਦੇ ਹੋ, WhatsApp ਵੀ ਕਰ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਜਿਹੜਾ ਸਵਾਲ ਹੈ ਉਹਦਾ ਜਵਾਬ ਜ਼ਰੂਰ ਦਈਏ। ਸੋ ਇਸੇ ਤਰ੍ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਹੋਰ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ। ਧੰਨਵਾਦ।